Welcome to Study with Sonia channel. In the last discussion we are discussing about the basics of organometallics. Now it's time to discuss about our next topics, which are basically small definitions. First is hapticity. What is hapticity? Hapticity is a property of ligand. It is represented by eta symbol, and we are also able to mention this as in our naming eta raised to power x bracket with the name of that ligand or that symbol. What is hapticity? It is property of a ligand. It is represented by eta. Here we have to look at we have to understand this concept with the help of example. Now look at the first example. Here M represented the metal and R is represented the ligand. Here we see that there is a ligand having R here is represented as a methyl group. We considered it as a alkyl group or methyl group with the shortest naming. Here we see that the metal is bonded with the R group through one donor atom. That is, so we represented here number of donor atom that is directly attached to the metal. We represent it with the hapticity. Now look at another example. Metal is bonded to alkyl group, that is methyl group. Here look at the donor atom is only carbon atom, and we have to see that here methyl is a ligand, and in methyl group the metal is bonded through the carbon atom. So only one atom is here. So we represented again it with eta 1. Now next example is metal double bond CH2. ਇਹਦੇ ਵਿੱਚ ਕੀ ਹੈ ਰਾਜੇ, ਇਹਦੇ ਵਿੱਚ ਆਪਣੇ ਕੋਲੇ CH2 ਦਾ ਲਿਗੈਂਡ ਹੈ, ਬਟ ਫਿਰ ਅਗੇਨ ਮੈਟਲ ਦੇ ਨਾਲ ਬੌਂਡਡ ਕਿਹਦੇ ਥਰੂ ਹੈ, ਸਿਰਫ ਇੱਕ ਕਾਰਬਨ ਐਟਮ ਥਰੂ. ਦੈਟਸ ਵਾਈ ਵੀ ਰਿਪਰੈਜ਼ੈਂਟਡ ਇਟ ਐਜ਼ eta 1. ਨਾਓ ਮੈਟਲ ਦੇ ਨਾਲ ਟ੍ਰਿਪਲ ਬੌਂਡ ਹੈ ਕਾਰਬਨ CH ਦੇ ਵਿੱਚ. ਹੁਣ ਆਪਾਂ ਇਹਦੇ ਵਿੱਚ ਜਦੋਂ ਵੀ ਆਪਾਂ ਹੈਪਟਾਸਿਟੀ ਡਿਫਾਈਨ ਕਰਨੀ ਹੈ ਰਾਜੇ, ਆਪਾਂ ਸਿਰਫ ਲਿਗੈਂਡ ਦੇ ਅੰਦਰ ਨੰਬਰ ਆਫ ਡੋਨਰ ਸਾਈਟਸ ਦੇਖਣੀ ਹੈ ਉਸ ਪਰਟੀਕੂਲਰ ਮੈਟਲ ਨਾਲ ਜਿਹੜੀਆਂ ਲਿੰਕ ਹੈ, ਤਾਂ ਆਪਣੀ ਹੈਪਟਾਸਿਟੀ ਡੋਨੇਟ ਕਰਨੀ ਹੈ. ਹੁਣ ਇਹਦੇ ਵਿੱਚ ਅਗੇਨ ਚਾਹੇ ਇਹਦੇ ਵਿੱਚ ਟ੍ਰਿਪਲ ਬੌਂਡ ਹੈ, ਬਟ ਆਪਣਾ ਫੋਕਸ ਕਿਹਦੇ ਵਿੱਚ ਰਹੇਗਾ ਕਿ CH ਬੌਂਡ ਦੇ ਨਾਲ ਮੈਟਲ ਕਿਵੇਂ ਅਟੈਚ ਹੈ, ਸਿਰਫ ਇੱਕ ਡੋਨਰ ਐਟਮ ਹੈ, ਦੈਟ ਇਜ਼ ਸੋ ਦੈਟਸ ਵਾਈ ਵੀ ਰਿਪਰੈਜ਼ੈਂਟ ਇਟ ਵਿਦ eta 1. ਨੈਕਸਟ ਐਗਜ਼ਾਮਪਲ ਆਪਣੇ ਕੋਲ ਹੈਗੀ ਹੈ CH2 ਦਾ ਗਰੁੱਪ ਹੈ, ਉਹਨੂੰ ਮੈਟਲ ਦੇ ਨਾਲ ਅਟੈਚ ਕੀਤਾ ਹੋਇਆ ਹੈ. ਹੁਣ CH2 ਦਾ ਜਿਹੜਾ ਇਹ ਵਾਲਾ ਲਿਗੈਂਡ ਐਲਕੀਨ ਦਾ ਲਿਗੈਂਡ ਹੈ ਬੇਸਿਕਲੀ, ਉਹ ਦੋਨੋਂ ਕਾਰਬਨ ਐਟਮਸ ਥਰੂ ਮੈਟਲ ਦੇ ਨਾਲ ਅਟੈਚ ਹੈ. ਇਹਦਾ ਮਤਲਬ ਦੋਨੋਂ ਡੋਨਰ ਸਾਈਡਸ ਡਿਸਟਰਬ ਹੋ ਰਹੀਆਂ. ਇਹਦਾ ਮਤਲਬ ਉਹਨੂੰ ਆਪਾਂ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹਾਂ, eta 2 ਦੇ ਨਾਲ. ਦੂਸਰੀ ਨੋਟੇਸ਼ਨ ਰਾਜੇ ਜਨਰਲੀ ਤੁਹਾਨੂੰ ਨੋਟਬੁੱਕਸ ਜਾਂ ਪੇਪਰਸ ਬੁੱਕਸ ਵਿੱਚ ਕਿਹੜੀ ਮਿਲਦੀ ਹੈ, CH2 ਡਬਲ ਬੌਂਡ CH2. ਇਹੀ ਐਗਜ਼ਾਮਪਲ ਨੂੰ ਰਿਪਰੈਜ਼ੈਂਟ ਕਰ ਰਹੀ ਹੈ. ਇਹਦੇ ਵਿੱਚ ਤੁਹਾਨੂੰ ਐਰੋ ਇਸ ਤਰ੍ਹਾਂ ਵੀ ਮਿਲ ਸਕਦਾ, ਯਾਨੀ ਕਿ ਇਹਦੇ ਵਿੱਚ ਸਿਗਨੀਫਾਈ ਕੀ ਹੋ ਰਿਹਾ, ਜਿਹੜਾ ਪਾਈ ਬੌਂਡ ਆ ਉਹ ਇਲੈਕਟ੍ਰੋਨ ਡੋਨੇਟ ਕਰ ਰਿਹਾ. ਪਾਈ ਬੌਂਡ ਕਿਹਦੇ ਫਾਰਮੇਸ਼ਨ ਦੇ ਨਾਲ ਬਣਿਆ, ਮਿਊਚੁਅਲ ਸ਼ੇਅਰਿੰਗ ਦੇ ਨਾਲ ਬਣਿਆ ਦੋਨੋਂ ਕਾਰਬਨਸ ਦੇ. ਇਸ ਲਈ ਫਿਰ ਇਹਦੇ ਵਿੱਚ ਜਦੋਂ ਆਪਾਂ ਡੋਨਰ ਸਾਈਡ ਜਾਂ ਹੈਪਟਾਸਿਟੀ ਮੈਂਸ਼ਨ ਕਰਨੀ ਹੈ ਤਾਂ ਦੋਨੋਂ ਕਾਰਬਨ ਇਨਵੋਲਵ ਹੋਈਆਂ ਤਾਂ ਜਾ ਕੇ ਪਾਈ ਬੌਂਡ ਦੀ ਫਾਰਮੇਸ਼ਨ ਹੋਈ ਹੈ. ਇਸ ਲਈ ਇੱਥੇ ਰਿਪਰੈਜ਼ੈਂਟੇਸ਼ਨ ਟਾਈਮ ਹੈਪਟਾਸਿਟੀ ਆਪਾਂ eta 2 ਨਾਲ ਰਿਪਰੈਜ਼ੈਂਟ ਕਰਨਾ. ਨੈਕਸਟ ਆਪਣੇ ਕੋਲ ਐਗਜ਼ਾਮਪਲ ਹੈਗੀ ਆ ਆਕਸੀਜਨ ਦੇ ਨਾਲ ਡਬਲ ਬੌਂਡ ਹੈ, ਸੇਮ ਜਿਹੜੀ ਮੈਂ ਹੁਣੇ ਅਲਕੀਨ ਨੂੰ ਚੇਂਜ ਕੀਤਾ. ਚਾਹੇ ਆਪਾਂ ਨੋਟੇਸ਼ਨ ਆਕਸੀਜਨ ਦੀ ਵੀ ਇਸੇ ਤਰ੍ਹਾਂ ਹੀ ਕਰ ਲੈਂਦੇ ਵੀ ਦੋਨੋਂ ਆਕਸੀਜਨ ਐਟਮ ਮੈਟਲ ਨੂੰ ਇਲੈਕਟ੍ਰੋਨ ਡੋਨੇਟ ਕਰ ਰਹੀਆਂ, ਉਹ ਵੀ eta 2 ਦੀ ਹੀ ਸਿੰਬਲ ਹੈ. ਨੈਕਸਟ ਦੇਖੋ ਐਲਾਈਲ ਗਰੁੱਪ ਦਿੱਤਾ ਹੋਇਆ ਹੈ. ਐਲਾਈਲ ਗਰੁੱਪ 'ਚ ਆਪਣੇ ਕੋਲ ਅਗਰ ਤਾਂ ਐਲਾਈਲਿਕ ਕਾਰਬਨ ਡੀਲੋਕਲਾਈਜੇਸ਼ਨ ਦੀ ਫਾਰਮ 'ਚ ਹੋਏ ਰਾਜੇ, ਉਸ ਟਾਈਮ ਆਪਾਂ ਟਰਾਈ ਕਰਨਾ ਕਿ ਉਸ ਟਾਈਮ ਤਿੰਨੋਂ ਕਾਰਬਨ ਐਟਮਸ ਦੇ ਉੱਤੇ ਚਾਰਜ ਸਾਈਡ ਬਾਈ ਸਾਈਡ ਡੀਲੋਕਲਾਈਜ਼ ਹੋਇਆ, ਉਸ ਟਾਈਮ ਹੈਪਟਾਸਿਟੀ ਕੀ ਹੋਏਗੀ, eta 3. ਅਦਰਵਾਈਜ਼ ਆਪਣੀ ਹੈਪਟਾਸਿਟੀ ਕਿਆ ਰਹੇਗੀ, eta 2. ਅਗੇਨ ਆਪਣੇ ਕੋਲ ਸਾਈਕਲੋਪ੍ਰੋਪੀਨ ਹੈ. ਸਾਈਕਲੋਪ੍ਰੋਪੀਨ ਦੇ ਵਿੱਚ ਦੇਖੋ ਜਿਹੜਾ ਡਬਲ ਬੌਂਡ ਬਣਿਆ ਹੋਇਆ ਉਹੀ ਮੈਟਲ ਥਰੂ ਸ਼ੇਅਰਿੰਗ ਹੋ ਰਹੀ ਹੈ. ਦੈਟ ਮੀਨਸ ਥਰਡ ਕਾਰਬਨ ਦੀ ਕੋਈ ਇਨਵੋਲਵਮੈਂਟ ਨਹੀਂ ਹੈ. ਇਹਦਾ ਮਤਲਬ ਅਗੇਨ ਦੋ ਕਾਰਬਨਸ ਦੇ ਨਾਲ ਮਿਊਚੁਅਲ ਸ਼ੇਅਰਿੰਗ ਨਾਲ ਬਣੇ ਹੋਏ ਡਬਲ ਬੌਂਡ 'ਚੋਂ ਹੀ ਇਲੈਕਟ੍ਰੋਨ ਡੋਨੇਟ ਹੋ ਰਿਹਾ ਹੈ. ਦੈਟ ਇਜ਼ ਵੀ ਹੈਵ ਟੂ ਰਿਪਰੈਜ਼ੈਂਟ ਇਟ ਵਿਦ ਅਗੇਨ eta 2. ਨਾਓ ਦੇਖੋ ਇਹਦੇ ਵਿੱਚ ਨੈਕਸਟ ਐਗਜ਼ਾਮਪਲ ਕਿਹੜੀਆਂ ਵਾ ਮੈਟਲ ਦੀ eta 3 ਦੇ ਨਾਲ. eta 3 ਦੇ ਵਿੱਚ ਦੇਖੋ ਰਾਜੇ ਆਪਣੇ ਕੋਲੇ 3 ਕਾਰਬਨ ਐਟਮਸ ਹੈ, बट अपने को 3 कार्बन एटम्स के इलैक्ट्रॉन्स की डीलोकलाइजेशन हुई हुई है। तो डीलोकलाइजेशन का सिंबल जिवें आपां बेंजीन विच एक रिंग शो करते हैं,
ਉਸੇ ਤਰ੍ਹਾਂ ਹੀ ਡੀਲੋਕਲਾਈਜੇਸ਼ਨ 'ਚ ਵੀ ਆਪਾਂ ਇੱਕ ਰਿੰਗ ਸ਼ੋ ਕਰਦੇ ਹਾਂ। ਇਹਦੇ ਵਿੱਚ ਆਪਣੇ ਕੋਲੇ ਈਟਾ 3 ਦੇ ਨਾਲ ਰਿਪਰੈਜ਼ੈਂਟ ਕਰਾਂਗੇ ਕਿਉਂਕਿ ਤਿੰਨੋਂ ਕਾਰਬਨ ਐਟਮਸ ਦੀ ਮਿਊਚੁਅਲ ਸ਼ੇਅਰਿੰਗ ਦੇ ਨਾਲ ਹੀ ਰਿੰਗ ਡਿਵੈਲਪ ਹੋਈ ਹੈ। ਜਿਸ ਤਰ੍ਹਾਂ ਬੈਂਜ਼ੀਨ ਦੇ ਵਿੱਚ ਆਪਣੇ ਕੋਲੇ ਆਲ ਦੀ 6 ਕਾਰਬਨ ਐਟਮਸ ਵਿਲ ਬੀ ਇਨਵੋਲਵਡ ਇਨ ਦੀ ਪ੍ਰੋਸੈਸ ਆਫ ਡੀਲੋਕਲਾਈਜੇਸ਼ਨ ਔਰ ਇਨ ਦੀ ਪ੍ਰੋਸੈਸ ਆਫ ਰੈਜ਼ੋਨੈਂਸ। ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਆਪਣੇ ਤਿੰਨੋਂ ਐਟਮਸ ਡੀਲੋਕਲਾਈਜ਼ ਕਰ ਰਹੇ ਇਲੈਕਟ੍ਰੋਨ ਨੂੰ, ਇਸ ਲਈ ਇਹਦੀ ਰਿਪਰੈਜ਼ੈਂਟੇਸ਼ਨ ਹੈਪਟਾਸਿਟੀ ਦੀ ਕਿਹਦੇ ਨਾਲ ਆਏਗੀ, ਈਟਾ 3 ਦੇ ਨਾਲ। ਉਸ ਤੋਂ ਬਾਅਦ ਹੈਪਟਾਸਿਟੀ ਆਪਣੇ ਕੋਲੇ ਨੈਕਸਟ ਆ ਰਹੀ ਹੈ, ਆਪਣੇ ਚਾਰੋਂ ਕਾਰਬਨ ਐਟਮਸ ਇਨਵੋਲਵ ਹੋ ਰਹੇ ਹੈ, ਸਾਈਕਲੋਬਿਊਟੇਨ ਟਾਈਪ ਦਾ ਰਿੰਗ ਹੈ ਇਹ। ਇਹਦੇ ਵਿੱਚ ਕੀ ਹੈ, ਚਾਰੋਂ ਕਾਰਬਨ ਐਟਮ ਇਨਵੋਲਵ ਹੈ ਜਿਹਨੂੰ ਮੈਂ ਬਲੈਕ ਡਾਟ ਦੇ ਨਾਲ ਸ਼ੋ ਕੀਤਾ। ਡੈਟ ਮੀਨਸ ਚਾਰੋਂ ਕਾਰਬਨ ਐਟਮ ਵੀ ਇਨਵੋਲਵ ਹੋ ਸਕਦੇ ਆ। ਜੇ ਤੁਸੀਂ ਚਾਰੋਂ ਕਾਰਬਨ ਐਟਮ ਇਨਵੋਲਵ ਸ਼ੋ ਕਰਨੇ ਆ ਤਾਂ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਰਿੰਗ ਬਣਾਈ, ਇੱਥੇ ਡਬਲ ਬੌਂਡ ਪਾਇਆ ਹੋਇਆ, ਪਰ ਆਪਾਂ ਇਸ ਡਬਲ ਬੌਂਡ ਦੇ ਵਿੱਚ ਇਲੈਕਟ੍ਰੋਨਸ ਚਾਰਾਂ ਦੇ ਉੱਤੇ ਡਾਟਡ, ਜਾਂ ਇਸ ਵੇ ਨਾਲ ਰਿਪਰੈਜ਼ੈਂਟ ਕਰੋ ਤਾਂ ਵੀ ਈਟਾ 4 ਹੀ ਰਹੇਗਾ। ਅਗਰ ਤੁਸੀਂ ਰਿੰਗ ਦੇ ਵਿੱਚੋਂ ਦੀ ਇਲੈਕਟ੍ਰੋਨ ਦੀ ਡਿਸਟਰੀਬਿਊਸ਼ਨ ਕਰ ਦਿੰਦੇ ਹੋ ਤਾਂ ਵੀ ਈਟਾ 4 ਹੀ ਰਹੇਗਾ। ਹੁਣ ਇਸ ਤੋਂ ਬਾਅਦ ਨੈਕਸਟ ਹੈਗਾ ਆਪਣੇ ਕੋਲੇ ਈਟਾ 5। ਮੈਟਲ ਦੇ ਵਿੱਚ ਆਪਣੇ ਕੋਲੇ ਈਟਾ 5 ਸਾਈਕਲੋਪੈਂਟਾਡਾਈਨਾਈਲ ਦੀ ਰਿੰਗ ਹੈ। ਇਹਦੇ ਵਿੱਚ ਆਲ ਦੀ 5 ਕਾਰਬਨ ਐਟਮਸ ਵਿਲ ਬੀ ਡਿਸਟਰਬ ਡਿਊਰਿੰਗ ਦੀ ਡੀਲੋਕਲਾਈਜੇਸ਼ਨ, ਇਸ ਲਈ ਆਪਣੀ ਹੈਪਟਾਸਿਟੀ ਕਿਆ ਹੋ ਗਈ, ਈਟਾ 5। ਸਿਮਿਲਰ ਮੈਨਰਸ ਆਪਣੇ ਕੋਲੇ ਬੈਂਜ਼ੀਨ ਰਿੰਗ ਦੀ ਫਾਰਮੇਸ਼ਨ ਹੈ, ਉਹਦੇ ਵਿੱਚ ਵੀ ਸੈਂਟਰ ਰਿੰਗ 'ਚੋਂ ਹੀ ਇਲੈਕਟ੍ਰੋਨ ਡੋਨੇਟ ਹੋ ਰਿਹਾ ਤਾਂ ਉਹ ਈਟਾ 6 ਹੈ। ਨੈਕਸਟ ਆਪਣੇ ਕੋਲੇ ਸਾਈਕਲੋਹੈਪਟਾਟ੍ਰਾਈਨਾਈਲ ਰਿੰਗ ਹੈ। ਸਾਈਕਲੋਹੈਪਟਾਟ੍ਰਾਈਨਾਈਲ ਰਿੰਗ ਦੇ ਵਿੱਚ ਕੀ ਹੋਏਗਾ ਬੱਚੇ, ਇਹਦੇ ਵਿੱਚ ਸਾਰੇ ਦੇ ਸਾਰੇ ਬਲੈਕ ਡਾਟਡ ਕਾਰਬਨਸ ਆਪਾਂ ਨੂੰ ਕੀ ਰਿਪਰੈਜ਼ੈਂਟ ਕਰ ਰਹੇ ਆ ਕਿ ਇਲੈਕਟ੍ਰੋਨ ਆਲ ਦੀ 7 ਕਾਰਬਨ ਐਟਮਸ ਦੇ ਹੀ ਕੰਟਰੀਬਿਊਸ਼ਨ ਦਾ ਨਾਲ ਰਿੰਗ ਫਾਰਮੇਸ਼ਨ ਹੋਈ ਹੈ, ਇਸ ਲਈ ਹੈਪਟਾਸਿਟੀ ਕਿਆ ਹੋ ਗਈ, ਈਟਾ 7। ਉਸੇ ਤਰ੍ਹਾਂ ਹੀ ਸਾਈਕਲੋ ਔਕਟਾਟੈਟਰਾਈਨ ਹੈ, ਇਹਦੇ ਵਿੱਚ ਵੀ ਸੈਂਟਰ ਰਿੰਗ 'ਚੋਂ ਹੀ ਇਲੈਕਟ੍ਰੋਨ ਡੋਨੇਟ ਹੋ ਰਿਹਾ ਤਾਂ ਈਟਾ 8 ਹੈ। ਇਫ ਇਨ ਕੇਸ ਅਗਰ ਮੈਂ ਆਪਣੀ ਐਗਜ਼ਾਮਪਲ ਨੂੰ ਇਸ ਤਰ੍ਹਾਂ ਮੋਡੀਫਾਈ ਕਰਨਾ ਹੋਵੇ ਕਿ ਮੈਂ ਸਾਈਕਲੋ ਔਕਟਾਟੈਟਰਾਈਨ ਲਿੱਤੀ ਹੈ, ਹੁਣ ਮੈਂ ਉਹਦੇ ਸਾਰੇ 4 ਬੌਂਡਸ ਡਬਲ ਬੌਂਡਸ ਅਲੱਗ-ਅਲੱਗ ਸ਼ੋ ਕਰ ਰਹੀ ਹਾਂ। ਹੁਣ ਅਗਰ ਮੈਂ ਮੈਟਲ ਨੂੰ ਡੋਨੇਟ ਕੀਤਾ ਤਾਂ ਉਸ ਟਾਈਮ ਮੇਰੀ ਹੈਪਟਾਸਿਟੀ ਕਿਆ ਹੋ ਜਾਏਗੀ, ਹੈਪਟਾਸਿਟੀ ਕਿਆ ਹੋ ਗਈ, ਈਟਾ 2। ਅਗਰ ਮੈਂ ਫਿਰ ਤੋਂ ਅਗਰ ਇਸੇ ਰਿੰਗ ਵਿੱਚ ਮੈਂ ਹੁਣ ਇਹਦੇ ਵਿੱਚ ਅਗੇਨ ਐਗਜ਼ਾਮਪਲ ਦੇਖੋ ਰਾਜੇ, ਅਗਰ ਆਪਾਂ 2 ਮੈਟਲ ਐਟਮਸ 'ਚੋਂ ਇਲੈਕਟ੍ਰੋਨ ਡੋਨੇਟ ਕੀਤੇ ਹੈ ਤਾਂ ਸਾਈਕਲੋ ਔਕਟਾਟੈਟਰਾਈਨ ਹੀ, ਇਹਦਾ ਮਤਲਬ ਹੁਣ ਐਟ ਅ ਟਾਈਮ ਆਪਾਂ ਇਹ 2 ਬੌਂਡਸ ਨੂੰ ਡਿਸਟਰਬ ਨਹੀਂ ਕੀਤਾ। ਦੈਟ ਮੀਨਸ ਆਪਣੇ ਕੋਲੇ ਜਿਹੜੀ ਨੋਟੇਸ਼ਨ ਆਏਗੀ ਫਿਰ ਹੈਪਟਾਸਿਟੀ ਦੀ ਕਿਹੜੀ ਹੋਗੀ, ਈਟਾ 4। ਇਹਨੂੰ ਈਟਾ 4 ਦੇ ਨਾਲ ਰਿਪਰੈਜ਼ੈਂਟ ਕੀਤਾ। ਇਹਦਾ ਮਤਲਬ ਜਿੰਨੇ ਵੀ ਇਲੈਕਟ੍ਰੋਨ ਤੁਸੀਂ ਡੋਨੇਟ ਕਰੋਗੇ ਜਾਂ ਜਿੰਨੇ ਵੀ ਐਟਮਸ ਤੁਹਾਡੇ ਹੈਪਟਾਸਿਟੀ ਵਿੱਚ ਲੀਗੈਂਡ ਮੈਟਲ ਨੂੰ ਬੌਂਡ ਇਲੈਕਟ੍ਰੋਨ ਡੋਨੇਟ ਕਰ ਰਹੇ ਆ ਉਹੀ ਆਪਣੀ ਹੈਪਟਾਸਿਟੀ ਸ਼ੋ ਹੋਏਗੀ। ਜਦੋਂ ਵੀ ਹੁਣ ਇਹਦਾ ਮਤਲਬ ਕੀ ਹੈ, ਇਹ ਵਾਲਾ ਲੀਗੈਂਡ ਮੋਰ ਦੈਨ 1 ਹੈਪਟਾਸਿਟੀ ਸ਼ੋ ਕਰ ਰਿਹਾ। ਜਿਸ ਤਰ੍ਹਾਂ ਆਪਾਂ ਈਟਾ 8 ਨੂੰ ਅਗਰ ਆਪਾਂ ਇੱਕੋ ਡਬਲ ਬੌਂਡ ਇਨਵੋਲਵ ਕਰਦੇ ਹਾਂ ਤਾਂ ਆਪਣੇ ਕੋਲ ਈਟਾ 2 ਹੋਏਗੀ। ਅਗਰ ਆਪਾਂ 2 ਡਬਲ ਬੌਂਡ ਇਨਵੋਲਵ ਕਰਦੇ ਹਾਂ ਤਾਂ ਈਟਾ 4। ਅਗਰ ਆਪਾਂ 3 ਡਬਲ ਬੌਂਡ ਇਨਵੋਲਵ ਕਰਦੇ ਹਾਂ ਤਾਂ ਈਟਾ 6। ਅਗਰ ਆਪਾਂ ਚਾਰੋਂ ਦੇ ਚਾਰੋਂ ਬੌਂਡ ਇਨਵੋਲਵ ਕਰਦੇ ਹਾਂ ਤਾਂ ਹੈਪਟਾਸਿਟੀ ਈਟਾ 8 ਹੋਏਗੀ। ਦੈਟ ਮੀਨਸ ਇਹ ਲੀਗੈਂਡ ਕੀ ਬਣ ਗਿਆ, ਫਲਕਸ਼ਨਲ ਲੀਗੈਂਡ, ਯਾਨੀ ਕਿ ਇਹ ਆਪਣੀ ਹੈਪਟਾਸਿਟੀ ਨੂੰ ਵਿਦ ਨੀਡ ਕਿ ਆਪਾਂ ਨੂੰ ਕਿੰਨੇ ਇਲੈਕਟ੍ਰੋਨ ਦੀ ਡੋਨੇਸ਼ਨ ਚਾਹੀਦੀ ਹੈ, ਆਪਣੀ ਹੈਪਟਾਸਿਟੀ ਨੂੰ ਕਿਆ ਕਰਦਾ ਰਹੇਗਾ, ਵੇਰੀ ਕਰਦਾ ਰਹੇਗਾ। ਇਹੀ ਆਪਣਾ ਨੈਕਸਟ ਟੌਪਿਕ ਹੈ ਰਾਜੇ, ਫਲਕਸ਼ਨਲ ਲੀਗੈਂਡਸ। ਐਸੇ ਲੀਗੈਂਡਸ ਜਿਹੜੇ ਆਪਣੀ ਹੈਪਟਾਸਿਟੀ ਨੂੰ ਟਾਈਮ ਟੂ ਟਾਈਮ ਚੇਂਜ ਕਰਦੇ ਰਹਿੰਦੇ ਆ। ਕਈ ਵਾਰੀ ਕਿਆ ਹੁੰਦਾ ਰਾਜੇ, ਜਦੋਂ ਵੀ ਆਪਾਂ ਕੋਈ ਕੰਪਲੈਕਸ ਫਾਰਮ ਕਰਦੇ ਹਾਂ, ਉਹ ਕੰਪਲੈਕਸ 18 ਇਲੈਕਟ੍ਰੋਨ ਹੈ, ਉਹਦੀ ਸਟੇਬਿਲਿਟੀ ਜ਼ਿਆਦਾ ਹੈ, ਬਟ ਹੁਣ ਆਪਾਂ ਰਿਐਕਸ਼ਨਸ ਅੱਗੇ ਤੋਂ ਅੱਗੇ ਸਟੱਡੀ ਕਰਨਾ ਚਾਹੁੰਦੇ ਹਾਂ, ਇਸ ਲਈ ਸਾਡੇ ਕੋਲ ਐਸੇ ਲੀਗੈਂਡ ਹੋਣੇ ਚਾਹੀਦੇ ਹੈ ਜਿਹੜੇ ਆਪਣੇ ਆਪ ਨੂੰ ਗਰੁੱਪ ਵਿੱਚੋਂ ਛੋੜ ਕੇ ਵੀ ਨਾ ਜਾਣ, ਬਟ ਟਾਈਮ ਟੂ ਟਾਈਮ ਆਪਣੇ ਇਲੈਕਟ੍ਰੋਨਸ ਨੂੰ ਵੇਰੀ ਕਰਦੇ ਰਹਿਣ। ਤਾਂ ਕੁਝ ਇਸ ਤਰ੍ਹਾਂ ਦੇ ਜਿਹੜੇ ਸਾਈਕਲੋ ਲੀਗੈਂਡਸ ਹੈ, ਸਾਈਕਲਿਕ ਲੀਗੈਂਡਸ ਹੈ, ਜਿਹੜੇ ਆਪਾਂ ਪਿਛਲੀ ਹੈਪਟਾਸਿਟੀ ਡਿਸਕਸ ਕੀਤੇ ਹੈ, ਇਹ ਲੀਗੈਂਡਸ ਆਪਣੀ ਹੈਪਟਾਸਿਟੀ ਚੇਂਜ ਕਰਦੇ ਰਹਿੰਦੇ ਆ। ਦੈਟਸ ਵਾਈ ਵੀ ਕਾਲ ਇਟ ਐਜ਼ ਫਲਕਸ਼ਨਲ ਲੀਗੈਂਡ, ਜਿਹੜੇ ਆਪਣੀ ਹੈਪਟਾਸਿਟੀ ਨੂੰ ਵੇਰੀ ਕਰਦੇ ਰਹਿਣ। ਜਿਹੜੀ ਲੇਟੈਸਟ ਐਗਜ਼ਾਮਪਲ ਜਾਂ ਜਿਹੜੀ ਮੋਸਟ ਯੂਜ਼ਡ ਐਗਜ਼ਾਮਪਲ ਹੈ ਉਹ ਹੈਗੀ ਹੈ ਸਾਈਕਲੋਪੈਂਟਾਡਾਈਨਾਈਲ ਰਿੰਗ ਦੀ। ਰਾਜੇ ਇਹ ਵਾਲੀ ਸਾਈਕਲੋਪੈਂਟਾਡਾਈਨਾਈਲ ਰਿੰਗ ਆਪਣੇ ਕੋਲੇ ਐਰੋਮੈਟਿਕ ਵਿੱਚ ਜਿਸ ਤਰ੍ਹਾਂ ਬੈਂਜ਼ੀਨ ਦੀ ਸਟੇਬਿਲਿਟੀ ਹੈ, ਉਸੇ ਤਰ੍ਹਾਂ ਹੀ ਔਰਗੈਨੋਮੈਟੈਲਿਕਸ ਦੇ ਵਿੱਚ ਸਾਈਕਲੋਪੈਂਟਾਡਾਈਨਾਈਲ ਦੇ ਰਿੰਗ ਦੀ ਸਟੇਬਿਲਿਟੀ ਹੈ। ਇਹ ਜਿਹੜਾ ਕੰਪਾਊਂਡ ਹੈ ਇਹਦੀ ਡੋਨੇਸ਼ਨ ਆਪਾਂ CP ਦੇ ਨਾਲ ਕਰਦੇ ਹਾਂ, ਸਾਈਕਲੋਪੈਂਟਾਡਾਈਨਾਈਲ। C ਸਬਸਕ੍ਰਿਪਟ ਆਪਣੇ ਜਿਹੜਾ ਸਬਸਕ੍ਰਿਪਟ ਹੈ ਉਹ P ਦੇ ਨਾਲ ਡਿਨੋਟ ਕੀਤਾ ਹੋਇਆ। ਇਹਦੇ ਵਿੱਚ ਸਾਈਕਲੋਪੈਂਟਾਡਾਈਨਾਈਲ ਰਿੰਗ ਵਿੱਚ ਕੀ ਹੈ, 2 ਡਬਲ ਬੌਂਡ ਹੁੰਦੇ ਆ, 1 ਇਲੈਕਟ੍ਰੋਨ ਹੁੰਦਾ, ਡਬਲ 1 ਇਲੈਕਟ੍ਰੋਨ ਪੇਅਰ ਹੁੰਦਾ।
ਹੁਣ ਇਹਦੇ ਵਿੱਚ ਕੀ ਹੈ, ਧਿਆਨ ਨਾਲ ਦੇਖੋ ਜਰਾ ਜੇ ਇਹਦੀਆਂ ਰੈਜ਼ੋਨੇਟਿੰਗ ਸਟਰਕਚਰਸ ਨੂੰ ਆਪਾਂ ਇਹਦੇ ਕੋਲ ਇਲੈਕਟ੍ਰੋਨ ਲਿੱਤੇ, ਇਹ ਇਲੈਕਟ੍ਰੋਨ ਨੂੰ ਆਪਾਂ ਇਸ ਬੌਂਡ 'ਚ ਟ੍ਰਾਂਸਫਰ ਕੀਤਾ, ਇਸ ਡਬਲ ਬੌਂਡ ਦੇ ਇਲੈਕਟ੍ਰੋਨ ਇਸ ਕਾਰਬਨ ਕੋਲੇ ਚਲੇ ਗਏ। ਇਹਦਾ ਮਤਲਬ ਜਿਹੜਾ ਨੈਗੇਟਿਵ ਚਾਰਜ ਹੈ ਉਹ ਕਿਹੜੀ ਕਾਰਬਨ ਤੇ ਪਹੁੰਚ ਗਿਆ, ਪਹਿਲਾ ਨੰਬਰ 1, ਨੰਬਰ 2, ਨੰਬਰ 3। ਇਹਦਾ ਮਤਲਬ ਇੱਕ ਇਲੈਕਟ੍ਰੋਨ ਜਿਹੜਾ ਇਲੈਕਟ੍ਰੋਨ ਪੇਅਰ ਹੈ ਹੁਣ 1 ਤੋਂ ਬਾਅਦ ਸਿੱਧਾ ਸ਼ਿਫਟ ਹੋ ਕੇ ਆਪਾਂ ਨੂੰ ਕਿੱਥੇ ਮਿਲੇਗਾ, 3 ਤੇ ਮਿਲੇਗਾ। ਹੁਣ ਸੋਚੋ ਕਿ ਉਸ ਤੋਂ ਬਾਅਦ ਮੈਂ ਆਪਣਾ ਇਲੈਕਟ੍ਰੋਨ ਨੂੰ ਮੈਟਲ ਦੇ ਨਾਲ ਡਾਇਰੈਕਟਲੀ ਅਟੈਚ ਕਰਤਾ। ਅਗਰ ਮੈਂ ਮੈਟਲ ਨਾਲ ਇਹਨੂੰ ਬੌਂਡਿਡ ਕਰਨਾ ਹੋਇਆ ਤਾਂ ਮੈਂ ਸਿਰਫ 3 ਕਾਰਬਨ ਐਟਮਸ ਨੂੰ ਡਿਸਟਰਬ ਕੀਤਾ। ਇਹਦਾ ਮਤਲਬ ਮੇਰੀ ਹੈਪਟਾਸਿਟੀ ਕੀ ਹੈ, ਈਟਾ 3। ਹੁਣ ਇਸ ਤੋਂ ਬਾਅਦ ਅਗਰ ਮੈਂ ਸਟਿਲ ਫਿਰ ਇਹਨੂੰ ਡੀਲੋਕਲਾਈਜ਼ ਕਰਦੀ ਹਾਂ, ਡੀਲੋਕਲਾਈਜ਼ ਕਰਕੇ 1 2 3 4 ਐਂਡ 5। ਹੁਣ ਮੇਰਾ ਨੈਗੇਟਿਵ ਚਾਰਜ ਡੀਲੋਕਲਾਈਜ਼ ਹੋ ਕੇ ਮੈਨੂੰ ਕਿਹੜੀ ਕਾਰਬਨ ਤੇ ਮਿਲੇਗਾ, 5 ਨੰਬਰ ਕਾਰਬਨ ਤੇ ਮਿਲੇਗਾ। ਇਹਦਾ ਮਤਲਬ ਮੇਰੀਆਂ ਆਲ ਦੀ 5 ਕਾਰਬਨਸ, ਹੁਣ ਮੈਂ ਆਪਣੇ ਆਲ ਦੀ 5 ਕਾਰਬਨਸ ਨੂੰ ਡੀਲੋਕਲਾਈਜ਼ ਕਰ ਲਿਆ ਤਾਂ ਜਿਹੜੀ ਮੇਰੇ ਕੋਲੇ ਨੈਟ ਰੈਜ਼ੋਨੇਟਿੰਗ ਸਟਰਕਚਰ ਆਏਗੀ ਉਹ ਕਿਹਦੀ ਆਏਗੀ, ਪੰਜੋਂ ਦੀ ਪੰਜੋਂ ਕਾਰਬਨ ਡਿਸਟਰਬ ਹੋ ਗਈਆਂ, ਇਲੈਕਟ੍ਰੋਨ 5 ਕਾਰਬਨਸ ਤੇ ਘੁੰਮਿਆ। ਇਹਦਾ ਮਤਲਬ ਉਹਦੀ ਹੈਪਟਾਸਿਟੀ ਕੀ ਬਣ ਜਾਏਗੀ, ਈਟਾ 5। ਇਹਦਾ ਮਤਲਬ ਲਾਸਟ ਤੇ ਅਗਰ ਆਪਾਂ ਸਿਗਨੀਫਾਈ ਕਰਨਾ ਹੋਵੇ, ਤੁਸੀਂ ਕੋਈ ਵੀ ਡੀਲੋਕਲਾਈਜੇਸ਼ਨ ਨਹੀਂ ਕੀਤੀ, ਕੋਈ ਵੀ ਡੀਲੋਕਲਾਈਜੇਸ਼ਨ ਨਹੀਂ ਕੀਤੀ, ਇਲੈਕਟ੍ਰੋਨ ਨੂੰ ਸਿੱਧਾ ਮੈਟਲ ਤੇ ਅਟੈਚ ਕੀਤਾ। ਇੱਕੋ ਮੈਟਲ ਤੇ ਇਲੈਕਟ੍ਰੋਨ ਪੇਅਰ ਜਿਸ ਤਰ੍ਹਾਂ ਪਿਆ ਸੀ ਉਸੇ ਤਰ੍ਹਾਂ ਹੀ ਲਿਆ ਕੇ ਮੈਟਲ ਨੂੰ ਕੰਟਰੀਬਿਊਟ ਕਰਤਾ। ਦੈਟ ਮੀਨਸ ਹੈਪਟਾਸਿਟੀ ਕੀ ਰਹੇਗੀ, ਈਟਾ 1। ਅਗਰ ਤੁਸੀਂ ਉਹਨੂੰ ਇੱਕ ਤੋਂ ਤੀਸਰੀ ਕਾਰਬਨ ਦੇ ਉੱਤੇ ਰੋਟੇਟ ਕੀਤਾ, ਇਲੈਕਟ੍ਰੋਨ ਨੂੰ ਡੀਲੋਕਲਾਈਜ਼ ਕਰਤਾ, ਦੈਟ ਮੀਨਸ ਹੈਪਟਾਸਿਟੀ ਕਿਹਦੇ ਵਿੱਚ ਚੇਂਜ ਹੋ ਗਈ, ਈਟਾ 1 ਟੂ ਈਟਾ 3। ਹੁਣ ਇਸ ਤੋਂ ਬਾਅਦ ਅਗਰ ਤੁਸੀਂ ਸਟਿਲ ਉਹਨੂੰ ਫਿਰ ਚੇਂਜ ਕਰਦੇ ਹੋ ਜਾਂ ਫਿਰ ਆਪਣੇ ਇਲੈਕਟ੍ਰੋਨ ਨੂੰ ਮਾਈਗ੍ਰੇਟ ਕਰਦੇ ਹੋ टू कार्बन 5 दैन अगेन टू द कार्बन 2 तो अपने को हैप्टासिटी की बन जाएगी, ईटा 5। इसका मतलब की है अपना स्टेबिलिटी ऑर्डर की हो गया, ईटा 1, ईटा 3, ईटा 5। ये अपना की हो गया स्टेबिलिटी ऑर्डर्स। मैक्सिमम स्टेबिलिटी अपनी कहदे विच होएगी, ईटा 5। तो इसलिए जदों भी तुसी लीगेंड लोगे, अगर तुहाडे कोले CP लिखा होया, नॉर्मल CP मैंशन करने का मतलब की है, उसकी ऑटोमैटिक हैप्टासिटी क्या है, ईटा 5 है। कोई भी फ्लक्शनल लीगेंड है जिहदे उत्ते हैप्टासिटी तुहानू लोएस्ट वाली मैंशन नहीं की हुई, अगर सिंपल CP मैंशन है तुहाडे एग्जाम क्वेश्चन पेपर्स या न्यूमेरिकल्स दे विच, तो उसका मतलब की है कि वह ईटा 5, दैट मीनस वो अपने 5 दे 5 कार्बन एटम्स नू प्रॉपरली डीलोकलाइज करके रेजोनेंस दे विच लेके आया होया, तो ईटा 5 लिखोगे। अदरवाइज जिहड़ी भी हैप्टासिटी होएगी एग्जामिनर तुहानू मैंशन करेगा। ब्रिजिंग लीगेंड, नैक्सट टॉपिक विच ब्रिजिंग लीगेंड दे विच की है रजे, ये भी बेसिकली प्रॉपर्टी लीगेंड दी है। इहदी डोनेशन आपां करदे हां μxL, मतलब लीगेंड दी नोटेशन इट इज़ डिनोटेड बाय μxL। हुण डेफिनेशन समझो की चीज़ है। हुण आपां फिर दोबारा लीगेंड नूं ही देखना है, पर उस लीगेंड ने डिफरेंट मैटल एटम्स नूं किन्ने इलैक्ट्रॉन कंट्रीब्यूट किए हुए हैं, वो हुंदी है किसी भी लीगेंड दी ब्रिजिंग कैपेसिटी। कहने का मतलब इत्थे एक्स की है, नंबर ऑफ डोनर एटम मैटल एटम्स नाल जिन्ना अपना जिहड़ा लीगेंड अपना अटैच होया होया। तो लीगेंड का नेम सिंपली या नेम भी हो सकता है या सिंबल भी हो सकता है। हुण इहदे विच एग्जाम्पल्स थ्रू समझो रजे। सब तो पहला अपने दिमाग से सब तो ज़्यादा जिहड़ा ब्रिजिंग कैपेसिटी लीगेंड शो करता है वो हैलाइड आयन हुंदा। हैलाइड आयन क्यों लिए 7 वैलेंस इलैक्ट्रॉन्स हुंदे, इसलिए वो टाइम टू टाइम डोनेशन करता रहिंदा। सब तो पहला अपने को एक्स लीगेंड सीगे, उहदे अराउंड आपां 7 इलैक्ट्रॉन शो कर लिए, जिवें आपां वेसेपर थ्योरी वास्ते करते हुणे। मैटल हुण आपां अपनी मैटल अटैच की, मैटल ने पहली मैटल अटैच हुई है, उन्हें उन्होंने सिर्फ एक इलैक्ट्रॉन कॉन्ट्रीब्यूट किया। इत्थे इलैक्ट्रॉन का काउंट के वल आपां फोकस नहीं करते, सिर्फ ये देखते हैं कि कितनी मैटल एटम अटैच हुई है। सिर्फ एक मैटल एटम अटैच हुई है, दैट इज़ वी रिप्रजेंटेड विद μ1x। एक्स मतलब इत्थे मैं लीगेंड का हले नाम मैंशन नहीं किया, लाइक जिवें मैं क्लोरीन भी कह सकती सी, ब्रोमीन भी कह सकती सी, है ना, उन्होंने आयोडीन या फ्लोरीन कुछ भी हो सकता है। तो उत्थे आपां सिंबल अपना ऐड कर देंगे। उस तो बाद नैक्सट देखो अपने कोले एक्स ने फिर अपने कोले एक्स ने एक इलैक्ट्रॉन मैटल नूं दे के एक मैटल नाल बॉन्ड बना लिया। हुण उहदे कोले पेयर्स बचे हैं। हुण पेयर्स विच की होएगा, उन्हें अगला की करना है, अगले इलैक्ट्रॉन उन्हें किद्दां कंट्रीब्यूट करने हैं, हाईलाइट करते। उस तो बाद पहली मैटल नाल अटैच होया हो सकता है कि वो अपना एक इलैक्ट्रॉन पेयर दूसरी मैटल आइटम नूं डोनेट कर दे। ਇਹਦਾ मतलब की होएगा, उन्होंने ਆਪਾਂ किस तरह शो करांगे μ2x, हले फिर आप एक्स सिंबल रिप्रजेंट कर सकते हैं। नैक्सट की होएगा, हले भी वो 2 लोन पेयर्स की अवेलेबिलिटी हैगी है,
ਹੁਣ ਉਹਨੇ ਤੀਸਰੀ ਮੈਟਲ ਦੇ ਨਾਲ ਅਟੈਚ ਕੀਤਾ, ਤੀਸਰੀ ਮੈਟਲ ਨਾਲ ਅਟੈਚ ਵੀ ਹੋ ਗਿਆ ਤੇ ਇੱਕ ਲੋਨ ਪੇਅਰ ਹੱਲੇ ਵੀ ਬਚਿਆ ਹੋਇਆ, ਤਾਂ ਆਪਾਂ ਉਹਨੂੰ ਕਿੱਦਾਂ ਰਿਪਰੈਜ਼ੈਂਟ ਕਰਾਂਗੇ μ3x। ਨੈਕਸਟ ਵਿੱਚ ਦੇਖੋ ਹੱਲੇ ਇੱਕ ਲੋਨ ਪੇਅਰ ਹੋਰ ਐਕਸਟਰਾ ਸੀਗਾ, 4 ਮੈਟਲ ਆਈਟਮ ਅਟੈਚ ਹੋ ਸਕਦੇ ਸੀਗੇ, ਤਾਂ ਚਾਰੋਂ ਮੈਟਲ ਆਈਟਮ ਅਟੈਚ ਹੋ ਗਏ। ਆਪਾਂ ਉਹਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਰਹੇ ਹਾਂ, μ4x। μ4x ਦੇ ਵਿੱਚ ਦੇਖੋ ਰਾਜੇ, ਹੁਣ ਮੈਂ ਇੱਥੇ ਮੈਟਲ ਨੂੰ ਅਲੱਗ ਰਿਪਰੈਜ਼ੈਂਟ ਕਰਨ ਦਾ ਮਤਲਬ ਜਸਟ ਇੰਨਾ ਕੁ ਹੈ ਕਿ ਕਈ ਵਾਰੀ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਸੇਮ ਮੈਟਲ ਆਈਟਮ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਅਗਰ ਮੈਂ ਗੱਲ ਕਰਾਂ Fe2CO9 ਦੇ ਵਿੱਚ, Fe2CO9 ਦੇ ਵਿੱਚ ਆਪਣੇ ਕੋਲੇ ਆਇਰਨ ਤੇ ਆਇਰਨ ਦੇ ਵਿੱਚ ਜਿਹੜੇ ਕਾਰਬੋਨਿਲ ਅਟੈਚ ਹੋਏ ਆ, ਦੇਖੋ ਹੁਣ ਦੋਨੋਂ ਸਾਈਡ ਮੈਟਲ ਆਈਟਮ ਸੇਮ ਹੈ, ਤਾਂ ਕੋਈ ਗੱਲ ਨਹੀਂ ਹੈ, ਇੱਥੇ ਐਮ ਨਾਲ ਰਿਪਰੈਜ਼ੈਂਟੇਸ਼ਨ ਹੋ ਜਾਏਗੀ। ਅਗਰ ਇਫ ਇਨ ਕੇਸ ਇੱਥੇ ਕੋਈ ਹੋਰ ਲਿਗੈਂਡ ਹੁੰਦਾ Fe ਕੋਬਾਲਟ CO9 ਹੈ ਨਾ, ਤਾਂ ਉਹਦੇ ਵਿੱਚ ਆਪਣੇ ਕੋਲੇ Fe ਵੀ ਸੀ, ਇੱਧਰਲੀ ਸਾਈਡ ਕੋਬਾਲਟ ਸੀਗਾ, ਫਿਰ ਕਾਰਬੋਨਿਲ ਦੀ ਬ੍ਰਿਜਿੰਗ ਸੀਗੀ। ਹੁਣ ਵੀ ਸਿੰਬਲ μ2 ਹੀ ਹੈ, ਪਹਿਲਾਂ ਵੀ μ2 ਸੀ, ਇਸ ਲਈ ਆਪਾਂ ਇੱਕ ਵਾਰੀ ਰਿਪਰੈਜ਼ੈਂਟੇਸ਼ਨ 'ਚ ਡਿਫਰੈਂਟ ਮੈਟਲ ਆਈਟਮਸ ਸ਼ੋ ਕਰਤੇ। ਅਗਰ ਇਫ ਇਨ ਕੇਸ ਤੁਹਾਡਾ ਸੇਮ ਮੈਟਲ ਹੋਇਆ ਤਾਂ ਕੋਈ ਇਸ਼ੂ ਨਹੀਂ। ਲਾਸਟ ਐਗਜ਼ਾਮਪਲ ਹੈਗੀ ਆਪਣੇ ਕੋਲੇ ਡਾਈਬੋਰੇਨਸ ਦੀ। ਡਾਈਬੋਰੇਨਸ ਦਾ ਸਿਸਟਮ ਕੀ ਹੈ, B2H6। B2H6 ਦੇ ਵਿੱਚ ਕੀ ਹੈ ਰਾਜੇ, B2H6 ਵਿੱਚ ਵੀ ਬ੍ਰਿਜਿੰਗ ਹੁੰਦੀ ਹੈ ਹਾਈਡਰੋਜਨ ਤੇ ਹਾਈਡਰੋਜਨ ਦੇ ਨਾਲ, ਦੋ ਹਾਈਡਰੋਜਨ ਬ੍ਰਿਜਿੰਗ 'ਚ ਹੁੰਦੇ ਆ, ਇਸ ਲਈ ਜਿਹੜੇ ਆਹ ਵਾਲੇ ਹਾਈਡਰੋਜਨਸ ਹੈ ਇਹਨਾਂ ਨੂੰ ਆਪਾਂ μ2 ਦੇ ਨਾਲ ਸ਼ੋ ਕਰਦੇ, ਕਿਉਂ, ਕਿਉਂਕਿ ਐਟ ਅ ਟਾਈਮ ਦੋ ਬੋਰੋਨ ਨਾਲ ਅਟੈਚ ਹੈ। I hope today's video is really helpful to you, and in order to get more latest videos, subscribe my channel. Thank you.